ਸਰਕਾਰ ਵੱਲੋਂ ਇੱਕ ਪੱਗ ਨੂੰ ਦੋਸ਼ੀ ਕਰਾਰ ਦੇਣ ਵਾਸਤੇ ਜਿੰਨਾ ਸਾਰਾ ਛੜਯੰਤਰ ਰਚ ਕੇ ਉਹਦੇ 'ਚ ਸਾਡੇ ਨੌਜਵਾਨ ਬੱਚਿਆਂ ਨੂੰ ਸਾਡਿਆਂ ਨੂੰ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ। ਕੋਈ ਅਗਰ ਗੱਲ ਕਰਦਾ ਸੀ ਤੇ ਉਹਨਾਂ ਦੇ ਉੱਤੇ ਦਫਾ 370 307 ਦੇਸ਼ ਦਰੋਹੀ ਦੀ ਦਫਾ ਜੋ ਸੀ ਉਹ ਲਾ ਕੇ ਉਹਦਾ ਮਨੋਬਲ ਤੋੜਨ ਦਾ ਕੋਸ਼ਿਸ਼ ਕੀਤੀ ਜਾਂਦੀ ਸੀ ਔਰ ਕੀਤੀਆਂ ਗਈਆਂ ਨੇ। ਇਹ ਖੋਲ੍ਹਿਆ ਗਿਆ ਹੈ, ਇਹਦੇ ਵਾਸਤੇ ਦੁਬਾਰਾ ਵਧਾਈ ਦੇ ਪਾਤਰ ਨੇ। ਔਰ ਇਹ ਉਹ ਹਸਪੀਟਲ ਹੈ ਜਿੰਦੇ 'ਚ ਕਿਸੇ ਵੀ ਧਰਮ ਦੇ ਨਾਲ ਕੋਈ ਰਿਲੇਟਡ ਨਹੀਂ, ਕਿਸੇ ਵੀ ਧਰਮ ਦਾ ਹੋਵੇ, ਜਦ ਕਿ ਸਾਡੀਆਂ ਸਰਕਾਰਾਂ ਧਰਮ ਦੇ ਨਾਲ ਰਾਜਨੀਤੀ ਕਰ ਰਹੀਆਂ ਨੇ। ਉਹਦਾ ਰਿਜ਼ਲਟ ਸਾਹਮਣੇ, ਜਿਹਨੂੰ ਖਾਲਿਸਤਾਨੀ ਕਹਿ ਰਹੇ ਸੀ, ਜਿਹਨੂੰ ਅਲਗਾਵਵਾਦੀ ਕਹਿ ਰਹੇ ਸੀ, ਉਹਨਾਂ ਨੇ ਇੱਕ ਹਸਪੀਟਲ ਜਿਹੜਾ ਦਿੱਲੀ 'ਚ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਹੈ ਕਿ ਕਿਸੇ ਵੀ ਉਹਦੀ ਕੋਈ ਕੈਸ਼ ਕਾਊਂਟਰ ਹੀ ਨਹੀਂ ਬਣਾਇਆ ਗਿਆ ਤੇ ਉਹ ਖੋਲ੍ਹ ਕੇ ਤੇ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਜਿਹੜੀ ਦਿੱਲੀ ਦਾ ਹਸਪੀਟਲ ਜਿਹੜਾ ਹੈ ਇਹ ਸਮਰਪਿਤ ਜਿਹੜਾ ਸਮਾਜ ਨੂੰ ਦੇਣਾ, ਇਸ ਤੋਂ ਵੱਡਾ ਅਸੀਂ ਹੋਰ ਦੇਸ਼ ਭਗਤੀ ਦਾ ਕੀ ਸਬੂਤ ਇਹਨਾਂ ਨੂੰ ਦੇ ਸਕਦੇ ਹਾਂ। ਇਹ ਸਾਡੀਆਂ ਜਿੰਨੀਆਂ ਕੁਰਬਾਨੀਆਂ ਨੇ ਇਹਨਾਂ ਨੂੰ ਕੋਈ ਯਾਦ ਨਹੀਂ ਹੈ, ਇਹਨਾਂ ਨੂੰ ਕੋਈ ਉਹਦੀ ਅਹਿਮੀਅਤ ਨਹੀਂ ਦਿੰਦੇ। ਜਿਹੜੀ ਇਸ ਤੋਂ ਜਾਨਾਂ ਦੇ ਕੇ ਅਸੀਂ ਵਾਰ ਕੇ ਦਿੱਤੀਆਂ ਉਹਨਾਂ ਦੇ ਵੀ ਸਾਡੇ ਤੇ ਉਸ ਤੋਂ ਬਾਅਦ ਵੀ ਇਹ ਭੁੱਲ ਕੇ ਸਾਡੇ ਨਾਲ ਇਹ ਸਲੂਕ ਕਰਦੇ ਨੇ। ਇਸ ਤੋਂ ਵੱਡੀ ਹੋਰ ਤਰਾਸਦੀ ਸਾਡੇ ਨਾਲ ਕੀ ਹੋ ਸਕਦੀ ਹੈ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਹਰਵਿੰਦਰ ਸਿੰਘ ਚਾਵਲਾ ਸਿੱਖ ਸੰਗਤ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਸੰਗਤ ਜੀ, ਅੱਜ ਕੁਝ ਦਿਨਾਂ ਲਗਭਗ 2-3 ਦਿਨਾਂ ਤੋਂ DSGPC ਵੱਲੋਂ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ, ਜਿਹਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਰਚਾ ਵੀ ਹੈ ਅਤੇ ਸ਼ਲਾਘਾ ਵੀ ਹੋ ਰਹੀ ਹੈ ਕਿ ਜਿਸ ਦੇਸ਼ ਦੇ ਵਿੱਚ ਵੇਖੋ ਟੋਇਲਟ ਦੇ ਵੀ ਪੈਸੇ ਲੱਗਦੇ ਨੇ, ਉੱਥੇ ਕੈਸ਼ ਕਾਊਂਟਰ ਰੱਖੇ ਜਾਂਦੇ ਨੇ, ਸੜਕਾਂ ਅਜੇ ਬਣਦੀਆਂ ਨਹੀਂ ਅਤੇ ਉੱਥੇ ਟੈਕਸ ਪਹਿਲਾਂ ਸ਼ੁਰੂ ਹੋ ਜਾਂਦਾ ਲੱਗਣਾ। ਉਸੇ ਦੇਸ਼ ਦੇ ਵਿੱਚ ਐਡਵਾਂਸ ਟੈਕਨੋਲੋਜੀ ਦੇ ਨਾਲ ਕਿਡਨੀ ਡਾਇਲਿਸਿਸ ਹਸਪੀਟਲ ਬਿਲਕੁਲ ਫ੍ਰੀ ਵਿੱਚ ਖੋਲ੍ਹ ਦੇਣਾ, ਹਰ ਮਜ਼ਹਬ ਦੇ ਲਈ, ਹਰ ਵਰਗ ਦੇ ਲਈ ਬਿਲਕੁਲ ਫ੍ਰੀ ਆਫ ਕਾਸਟ, ਨਹੀਂ ਖਰਚੇ, ਖੋਲ੍ਹ ਦੇਣਾ। ਇਹ ਉਪਲਬਧੀ ਸਿੱਖ ਸਮਾਜ ਦੇ ਹਿੱਸੇ ਆਈ ਹੈ ਅਤੇ ਜਿਹਦੇ ਵਿੱਚ DSGPC ਦਾ ਸਭ ਤੋਂ ਵੱਡਾ ਰੋਲ ਹੈ। ਬਹੁਤ ਵਧੀਆ ਤਸਵੀਰ ਗਈ ਹੈ, ਖਾਸ ਕਰਕੇ ਉਸ ਮਾਹੌਲ ਦੇ ਵਿੱਚ ਜਦੋਂ ਸਾਨੂੰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ, ਅੱਤਵਾਦੀ ਦੱਸਿਆ ਜਾ ਰਿਹਾ ਸੀ, ਦੇਸ਼ ਦਰੋਹੀ ਦੱਸਿਆ ਜਾ ਰਿਹਾ ਸੀ, ਉਸ ਮਾਹੌਲ ਦੇ ਵਿੱਚ ਇਹ ਉਪਲਬਧੀ ਸਿੱਖ ਕੌਮ ਦੇ ਨਾਮ ਆਈ ਹੈ। ਸੋ ਅਸੀਂ ਉੱਤਰਾਖੰਡ ਦੇ ਜਿਹੜੇ ਸਾਡੇ ਸਿੱਖ ਸ਼ਖਸੀਅਤਾਂ ਹੈਗੀਆਂ ਉਹਨਾਂ ਦੇ ਨਾਲ ਇਸੇ ਮੁੱਦੇ 'ਤੇ ਚਰਚਾ ਕਰਨੀ ਹੈ। ਸਾਡੇ ਨਾਲ ਮੌਜੂਦ ਨੇ ਸਰਦਾਰ ਰਾਮ ਸਿੰਘ ਬੇਦੀ ਜੀ, ਜਿਹੜੀ ਉੱਤਰਾਖੰਡ ਦੇ ਵਿੱਚ ਗੁਰਦੁਆਰਾ ਸਿੱਖ ਸੈਂਟਰ ਕਮੇਟੀ ਹੈਗੀ ਉਹਦੇ ਪ੍ਰਧਾਨ ਹੈਗੇ ਨੇ। ਕਈ ਗੁਰਦੁਆਰਿਆਂ ਦੀ ਰਹਿਨੁਮਾਈ ਇਸ ਗੁਰਦੁਆਰਾ ਸਿੰਘ ਸਭਾ ਤੋਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਉਹਨਾਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਕੀ ਕਹਿਣਾ ਚਾਹੋਗੇ? ਵੇਖੋ ਉਸ ਮਾਹੌਲ ਦੇ ਵਿੱਚ ਜਦੋਂ ਸਾਨੂੰ ਅੱਤਵਾਦੀ ਦੱਸਿਆ ਜਾ ਰਿਹਾ ਸੀ, ਸਾਨੂੰ ਦੇਸ਼ ਦਰੋਹੀ ਦੱਸਿਆ ਜਾ ਰਿਹਾ ਸੀ, ਸੋ ਉਦੋਂ ਉਹਨਾਂ ਦੇ ਅਸੀਂ ਖੈਰ ਆਪਾਂ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡੀ ਸਿੱਖ ਕੌਮ ਨੇ ਜਿਸ ਮਨੁੱਖਤਾ ਦੇ ਲਈ ਉਹ ਜਾਣੀ ਜਾਂਦੀ ਹੈ, ਫਿਰ ਉਸ ਮਨੁੱਖਤਾ ਦੇ ਕਾਰਜ ਦੇ ਲਈ ਜਵਾਬ ਦਿੱਤਾ ਜਾਂਦਾ। ਇੰਨਾ ਵੱਡਾ ਹਸਪੀਟਲ, ਇੰਨੀ ਵੱਡੀ ਅਚੀਵਮੈਂਟ ਖੋਲ੍ਹ ਕੇ ਦਿੱਤੀ ਜਾਂਦੀ। ਕੀ ਕਹਿਣਾ, ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਹੈਗੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਵਧਾਈ ਦਿੰਦਾ। ਵਧਾਈ ਦੇ ਪਾਤਰ ਨੇ ਔਰ ਕਈ ਵਿਸ਼ਿਆਂ 'ਤੇ ਉਹ ਪਾਤਰ ਨੇ। ਜਿੱਥੇ ਜਦੋਂ ਅੰਦੋਲਨ, ਕਿਸਾਨ ਅੰਦੋਲਨ ਚੱਲਿਆ, ਜਦੋਂ ਟਰਾਲੀਆਂ ਰੋਕੀਆਂ ਜਾ ਰਹੀਆਂ ਸੀ, ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ ਸੀ, ਉਦੋਂ ਵੀ ਉਹ ਸਾਰੀ ਰਾਤ ਉੱਥੋਂ ਦਿੱਲੀ ਤੋਂ ਜਦੋਂ ਵੀ ਉਹਨਾਂ ਨੂੰ ਫੋਨ ਆਇਆ, ਉਹਨਾਂ ਨੇ ਆ ਕੇ ਇੱਥੇ ਕੰਧੇ ਨਾਲ ਕੰਧਾ ਮਿਲ ਕੇ ਨਾਲ ਸੰਗਤਾਂ ਨੂੰ ਨਾਲ ਲਿਜਾ ਕੇ SPਆਂ ਦੇ ਨਾਲ ਬਹਿਸ ਕਰਕੇ ਉਹਨਾਂ ਦੇ ਉੱਥੋਂ ਪਹੁੰਚਾਇਆ। ਉਸ ਤੋਂ ਬਾਅਦ ਉੱਥੇ ਲੰਗਰ ਦੀ ਸੇਵਾ। ਉਸ ਤੋਂ ਬਾਅਦ ਹੁਣ ਜਿਹੜੇ 26 ਜਨਵਰੀ ਨੂੰ ਜਿਹੜਾ ਉੱਥੇ ਸਰਕਾਰ ਵੱਲੋਂ ਇੱਕ ਪੱਗ ਨੂੰ ਦੋਸ਼ੀ ਕਰਾਰ ਦੇਣ ਵਾਸਤੇ ਜਿੰਨਾ ਸਾਰਾ ਛੜਯੰਤਰ ਰਚ ਕੇ ਉਹਦੇ 'ਚ ਸਾਡੇ ਨੌਜਵਾਨ ਬੱਚਿਆਂ ਨੂੰ ਸਾਡਿਆਂ ਨੂੰ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ, ਉਹਨਾਂ ਦੀਆਂ ਜ਼ਮਾਨਤਾਂ, ਉਹਨਾਂ ਦੇ ਕੇਸ ਵੀ ਇਹਨਾਂ ਮਨਜਿੰਦਰ ਸਿੰਘ ਸਰਸਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਉਹਨਾਂ ਦੀ ਸਾਰੇ ਜਿਹੜੇ ਵਕੀਲਾਂ ਦੀ ਫੀਸ ਹੈ ਜਾਂ ਜੋ ਵੀ ਖਰਚੇ ਨੇ ਅਸੀਂ ਇਹ ਕਮੇਟੀ ਵਹਿਨ ਕਰੇਗੀ। ਔਰ ਉਹਨਾਂ ਨੇ ਉਹ ਕੀਤਾ ਹੈ। ਔਰ ਸਾਰੇ ਮੁੰਡੇ, ਜਿੱਥੋਂ ਤੱਕ ਮੈਂ ਸਮਝਦਾ ਹਾਂ, ਸਾਰੇ ਉਹ ਬੱਚੇ ਜਿਹੜੇ ਸਾਡੇ ਨਿਰਦੋਸ਼ ਜਿਹੜੇ ਜੇਲ੍ਹਾਂ 'ਚ ਠੂਸੇ ਗਏ ਸੀ, ਉਹ ਉਹਨਾਂ ਨੇ ਬਾਹਰ ਕਰੀਬ ਸਾਰੇ ਉਹਨਾਂ ਨੇ ਲੈ ਆਂਦੇ ਨੇ। ਉਸ ਤੋਂ ਬਾਅਦ ਇਸ ਮਾਹੌਲ ਦੇ ਵਿੱਚ ਜਦੋਂ ਇੱਕ ਆਮ ਆਦਮੀ ਵੀ ਕੋਈ ਅਗਰ ਗੱਲ ਕਰਦਾ ਸੀ ਤਾਂ ਉਹਨਾਂ ਦੇ ਉੱਤੇ ਦਫਾ 370 307 ਦੇਸ਼ ਦਰੋਹੀ ਦੀ ਦਫਾ
ਜੋ ਸੀ ਉਹ ਲਾ ਕੇ ਉਹਦਾ ਮਨੋਬਲ ਤੋੜਨ ਦਾ ਕੋਸ਼ਿਸ਼ ਕੀਤੀ ਜਾਂਦੀ ਸੀ ਔਰ ਕੀਤੀਆਂ ਗਈਆਂ ਨੇ। ਮਗਰ ਮੈਂ ਫਿਰ ਵੀ ਮਨਜਿੰਦਰ ਸਿੰਘ ਸਿਰਸਾ ਨੂੰ ਵਧਾਈ ਦਿੰਦਾ ਕਿ ਉਹ ਇਹਨਾਂ ਚੀਜ਼ਾਂ ਤੋਂ ਨਹੀਂ ਡਰੇ ਔਰ ਸ਼ੇਰ ਦਿਲ ਨੇ ਇਸ ਚੀਜ਼ ਨੂੰ ਉਹਨਾਂ ਨੇ ਬੜਾ ਉਹਦਾ ਫੇਸ ਕੀਤਾ ਔਰ ਮੁਕਾਬਲਾ ਕੀਤਾ। ਕਿਸੇ ਵੀ ਗੱਲ ਜਿੱਥੇ ਵੀ ਸਿੱਖਾਂ ਦੀ ਗੱਲ ਅਸੀਂ ਉਹਨਾਂ ਡਟ ਕੇ ਉਹਦਾ ਉਹਨੂੰ ਚੁੱਕਿਆ ਔਰ ਉਸ ਮਸਲੇ ਨੂੰ ਕੀਤਾ। ਉੱਥੇ ਹੀ ਜਦੋਂ ਇਹ ਮਾਹੌਲ ਇਸ ਟਾਈਮ ਗੌਰਮੈਂਟ ਵੱਲੋਂ ਸਰਦਾਰਾਂ ਵਾਸਤੇ ਖਾਲਿਸਤਾਨੀ, ਦੇਸ਼ ਦਰੋਹੀ, ਦੁਨੀਆ ਭਰ ਦੇ ਜਿੱਤੇ ਬਲੇਮ ਲਾਏ ਗਏ ਔਰ ਕੋਸ਼ਿਸ਼ ਪੂਰਾ ਆਪਣਾ ਗੋਦੀ ਮੀਡੀਆ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਉੱਥੇ ਸੀ ਸਿਰਸਾ ਜੀ ਵੱਲੋਂ ਇਹ ਜਿਹੜਾ 100 ਬੈੱਡ ਦਾ ਡਾਇਲਿਸਿਸ ਕਿਡਨੀ ਦਾ ਜਿਹੜਾ ਹਸਪੀਟਲ ਇਹ ਖੋਲ੍ਹਿਆ ਗਿਆ ਹੈ। ਇਹਦੇ ਵਾਸਤੇ ਦੁਬਾਰਾ ਉਹ ਵਧਾਈ ਦੇ ਪਾਤਰ ਨੇ ਔਰ ਇਹ ਉਹ ਹਸਪੀਟਲ ਹੈ ਜਿਹਦੇ 'ਚ ਕਿਸੇ ਵੀ ਧਰਮ ਦੇ ਨਾਲ ਕੋਈ ਰਿਲੇਟਡ ਨਹੀਂ, ਕਿਸੇ ਵੀ ਧਰਮ ਦਾ ਹੋਵੇ। ਜਦ ਕਿ ਸਾਡੀਆਂ ਸਰਕਾਰਾਂ ਧਰਮ ਦੇ ਨਾਲ ਰਾਜਨੀਤੀ ਕਰ ਰਹੀਆਂ ਨੇ, ਮਗਰ ਇੱਕ ਸਿੱਖ ਕੌਮ ਸਾਡੀ ਜਿਹਦੇ ਬਲੱਡ ਦੇ ਵਿੱਚ ਹੀ, ਖੂਨ ਦੇ ਵਿੱਚ ਹੀ ਸੇਵਾ ਦਾ ਭਾਵ, ਸੇਵਾ ਭਰੀ ਹੋਈ ਹੈ, ਨਸ ਨਸ 'ਚ ਹੁੰਦੇ ਸੇਵਾ ਦਾ, ਬੱਚੇ ਤੋਂ ਲੈ ਕੇ ਵੱਡੇ ਤੱਕ ਸਾਡੇ ਬਜ਼ੁਰਗਾਂ 'ਚ ਇੱਕ ਸੇਵਾ ਭਾਵ ਹੁੰਦਾ ਹੈ। ਉਹਦਾ ਰਿਜ਼ਲਟ ਸਾਹਮਣੇ, ਜਿਹਨੂੰ ਖਾਲਿਸਤਾਨੀ ਕਹਿ ਰਹੇ ਸੀ, ਜਿਹਨੂੰ ਅਲਗਾਵਵਾਦੀ ਕਹਿ ਰਹੇ ਸੀ, ਉਹਨਾਂ ਨੇ ਇੱਕ ਹਸਪੀਟਲ ਜਿਹੜਾ ਦਿੱਲੀ 'ਚ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਹੈ ਕਿ ਕਿਸੇ ਵੀ ਉਹਦੀ ਕੋਈ ਕੈਸ਼ ਕਾਊਂਟਰ ਹੀ ਨਹੀਂ ਬਣਾਇਆ ਗਿਆ ਅਤੇ ਉਹ ਖੋਲ੍ਹ ਕੇ ਅਤੇ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਔਰ ਉਸ ਮਹੂਰਤ ਦੇ ਉੱਤੇ ਰਾਕੇਸ਼ ਟਕੈਤ ਜੀ ਨੇ ਆ ਕੇ ਉਹਨਾਂ ਤੋਂ ਮਹੂਰਤ ਕਰਵਾਇਆ ਔਰ ਉਹ ਵੀ ਉਹਨਾਂ ਦੀ ਉੱਥੇ ਉਪਸਥਿਤੀ, ਉਹ ਵੀ ਇੱਕ ਇਸ ਟਾਈਮ ਜਿਹੜੇ ਸਾਡੇ ਸਿੱਖ ਕੌਮ ਵਾਸਤੇ, ਸਿੱਖ ਵਾਸਤੇ ਜਾਂ ਸਮਾਜ ਵਾਸਤੇ ਜਿਹੜਾ ਉਹਨਾਂ ਨੇ ਕੰਮ ਕੀਤਾ। ਜਦ ਕਿ ਜਿਹੜਾ ਅੰਦੋਲਨ ਇੱਕ ਵਾਰੀ ਬਿਲਕੁਲ ਇਹਨਾਂ ਨੇ ਦਬਾ ਦਿੱਤਾ ਸੀ, ਮਗਰ ਉਹਦੇ ਆਂਸੂਆਂ ਨੇ, ਉਸ ਦਿਨ ਦੀ ਜਜ਼ਬਾਤ ਨੇ ਉਹ ਇੱਕ ਦੁਬਾਰਾ ਉਹਨੂੰ ਫਿਰ ਨਵੀਂ ਇੱਕ ਆਕਸੀਜਨ ਦੇ ਕੇ ਅਤੇ ਅੱਜ ਉਹ ਅੰਦੋਲਨ ਜਿਹੜਾ ਹੈ ਫਿਰ ਆਪਣੇ ਪੂਰੇ ਜੋਬਨ ਤੇ ਚੱਲ ਰਿਹਾ ਹੈ ਔਰ ਮਜਬੂਰ ਕਰ ਦੇਗਾ ਇਹ ਅੰਦੋਲਨ ਕਾਸ਼ਤਕਾਰਾਂ ਦਾ, ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ। ਅਤੇ ਇਹ ਬਾਰ ਮੈਂ ਕਹਿੰਦਾ ਕਿ ਜਿਹੜੀ ਸਿੱਖ ਕੌਮ ਹੈ, ਅਰਦਾਸ ਕਰਨੇ ਆ ਕਿ ਮਹਾਰਾਜ ਇਹਨਾਂ ਨੂੰ ਸਮੱਤ ਬਖਸ਼ੋ। ਇਹ ਜਿਹੜੇ ਸਾਡੇ 'ਤੇ ਬਲੇਮ ਲਾਉਂਦੇ ਜੇ ਤੁਸੀਂ ਦੇਸ਼ ਦਰੋਹੀ ਦੇ, ਖਾਲਿਸਤਾਨ ਦੇ ਜਾਂ ਅਲਗਾਵਵਾਦੀਆਂ ਦੇ, ਇਹ ਨਾ ਲਓ। ਇਸ ਤੋਂ ਵੱਡਾ ਅਸੀਂ ਹੋਰ ਸਬੂਤ ਕੀ ਦਈਏ ਕਿ ਜਿਹੜੇ ਅਸੀਂ ਮੂੰਹੋਂ ਨਹੀਂ ਕਹਿੰਦੇ, ਅਸੀਂ ਕਰਕੇ ਵਿਖਾ ਰਹੇ ਹਾਂ ਕਿ ਅਸੀਂ ਕੀ ਕਰਦੇ ਹਾਂ ਔਰ ਕੀ ਸਾਡੀ ਸੋਚ ਹੈ। ਜਿਹੜੀ ਦਿੱਲੀ ਦਾ ਹਸਪੀਟਲ ਜਿਹੜਾ ਹੈ ਇਹ ਸਮਰਪਿਤ ਜਿਹੜਾ ਸਮਾਜ ਨੂੰ ਦੇਣਾ, ਇਸ ਤੋਂ ਵੱਡਾ ਅਸੀਂ ਹੋਰ ਦੇਸ਼ ਭਗਤੀ ਦਾ ਕੀ ਸਬੂਤ ਇਹਨਾਂ ਨੂੰ ਦੇ ਸਕਦੇ ਹਾਂ, ਜਾਂ ਹੋਰ ਇਸ ਤੋਂ ਵੱਧ ਇਹਨਾਂ ਨੂੰ ਸਾਡਾ ਹੋਰ ਕੀ ਸਬੂਤ ਅਸੀਂ ਇਹ ਲੈਣਾ ਚਾਹੁੰਦੇ ਨੇ ਸਾਡੀ। ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹਾਂ, ਵੇਖੋ ਇਹ ਇੱਕ ਅਜੀਬ ਜੀ ਗੱਲ ਨਹੀਂ ਕਿ ਸਾਨੂੰ ਸਾਬਤ ਕਰਨਾ ਵਿੱਚ ਪੈ ਰਿਹਾ ਸੀ ਕਿ ਅਸੀਂ ਦੇਸ਼ ਪ੍ਰਤੀ ਵਫਾਦਾਰ ਹੈਗੇ ਆ। ਵੇਖੋ ਇਸ ਤੋਂ ਕੋਈ ਮਾੜੀ ਗੱਲ ਹੋ ਸਕਦੀ ਹੈ ਵੀ ਜਿਸ ਮੁਲਕ ਦੇ ਲਈ ਸਾਡੀ ਸਭ ਤੋਂ ਕੁਰਬਾਨੀਆਂ ਜ਼ਿਆਦਾ ਰਹੀਆਂ ਹੋਣ ਅਤੇ ਉਸ ਮੁਲਕ ਦੇ ਵਿੱਚ ਸਾਨੂੰ ਕਹਿਣਾ ਪੈ ਰਿਹਾ ਸੀ ਕਿ ਅਸੀਂ ਦੇਸ਼ ਭਗਤ ਹੈਗੇ ਹਾਂ। ਮੈਂ ਕਹਿਣਾ ਚਾਹਾਂਗਾ ਕਿ ਕੋਈ ਵੀ ਕਿਸੇ ਦੇ ਕੀਤੇ ਅਹਿਸਾਨਾਂ ਨੂੰ ਜਦੋਂ ਕੋਈ ਭੁੱਲ ਜਾਂਦਾ ਹੈ, ਆਪਣੀ ਬਾਣੀ 'ਚ ਅਕ੍ਰਿਤ ਘਾਨੇ ਆਉਂਦਾ ਹੈ ਨਾ, ਉਹ ਅਕ੍ਰਿਤ ਘਾਨੇ ਇਹ ਸਰਕਾਰਾਂ ਸਾਡੀਆਂ ਜਿਹੜੀਆਂ ਨੇ ਹਿੰਦੁਸਤਾਨ ਦੀਆਂ, ਇਹ ਅਕ੍ਰਿਤ ਘਾਨੇ ਇਹ ਸਿੱਖਾਂ ਦਾ ਜਿਹੜਾ ਯੋਗਦਾਨ ਹੈ, ਜਿਹੜਾ ਇਹਦੀ ਆਜ਼ਾਦੀ 'ਚ ਜਿਹੜੀਆਂ ਸਾਡੀਆਂ ਸ਼ਹੀਦੀਆਂ ਨੇ, ਅਗਰ ਇਹਨਾਂ ਨੂੰ ਇਹ ਭੁੱਲ ਰਹੀਆਂ ਤਾਂ ਇਹਨਾਂ ਤੋਂ ਵੱਡਾ ਕ੍ਰਿਤਕਾਨ ਨਹੀਂ ਹੋ ਸਕਦੇ। ਇਹ ਸਾਡੀਆਂ ਜਿੰਨੀਆਂ ਕੁਰਬਾਨੀਆਂ ਨੇ ਇਹਨਾਂ ਨੂੰ ਕੋਈ ਯਾਦ ਨਹੀਂ ਹੈ, ਇਹਨਾਂ ਨੂੰ ਕੋਈ ਉਹਦੀ ਅਹਿਮੀਅਤ ਨਹੀਂ ਦਿੰਦੇ। ਜਿਹੜੀ ਇਸ ਤੋਂ ਜਾਨਾਂ ਦੇ ਅੱਗੇ ਅਸੀਂ ਵਾਰ ਕੇ ਦਿੱਤੀਆਂ, ਉਹਨਾਂ ਦੇ ਵੀ ਸਾਡੇ 'ਤੇ ਉਸ ਤੋਂ ਬਾਅਦ ਵੀ ਇਹ ਭੁੱਲ ਕੇ ਸਾਡੇ ਨਾਲ ਇਹ ਸਲੂਕ ਕਰਦੇ ਨੇ। ਇਸ ਤੋਂ ਵੱਡੀ ਹੋਰ ਤਰਾਸਦੀ ਸਾਡੇ ਨਾਲ ਕੀ ਹੋ ਸਕਦੀ ਹੈ। ਚਲੋ ਖੈਰ, ਇੱਕ ਚੀਜ਼ ਤੁਹਾਡੇ ਤੋਂ ਹੋਰ ਪੁੱਛਾਂਗੇ। ਵੇਖੋ ਜਿਵੇਂ ਹੁਣ ਦੱਸਿਆ ਜਾ ਰਿਹਾ ਕਿ 100 ਬੈੱਡਾਂ ਦਾ ਇਹਨਾਂ ਨੇ ਹਸਪੀਟਲ ਖੋਲ੍ਹਿਆ, ਏਸ਼ੀਆ ਦਾ ਨੰਬਰ 1 ਹਸਪੀਟਲ ਆ। ਬਿਲਕੁਲ। ਅਤੇ ਸਿਰਸਾ ਸਾਹਿਬ ਜੀ ਦੀ ਮੈਂ ਬਾਈਟ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਅੱਗੇ ਟੀਚਾ ਹੈਗਾ ਇਹਨੂੰ 1000 ਬੈੱਡ ਦਾ ਕਰਨਾ ਅਤੇ ਪੂਰੇ ਵਰਲਡ ਦੇ ਵਿੱਚ ਜਿਹੜਾ ਨੰਬਰ 1 ਇਹ ਹਸਪੀਟਲ ਹੋਏਗਾ। ਵੇਖੋ ਤੁਹਾਨੂੰ ਕੀ ਲੱਗਦਾ ਕਿੱਦਾਂ ਮੈਨੇਜ ਕਰ ਪਾ ਰਹੇ ਨੂੰ? ਵੇਖੋ ਇਹਦੇ ਖਰਚੇ, ਇਹਨੂੰ ਆਪਾਂ ਸੋਚ ਸਕਦੇ ਹਾਂ ਕੀ ਖਰਚਾ ਹੋਣਾ ਇਹਦਾ। ਕੀ ਤੁਹਾਨੂੰ ਲੱਗਦਾ ਕੀ ਇਹਨਾਂ ਦੀ ਕਿਸ ਤਰ੍ਹਾਂ ਦੀ ਸਿਸਟਮੈਟਿਕ ਇਹਨਾਂ ਦਾ? ਦੇਖੋ, ਇਹ ਵਾਹਿਗੁਰੂ ਦੀ ਇੱਕ ਸਿੱਖ ਕੌਮ 'ਤੇ ਬਖਸ਼ਿਸ਼ ਹੈ ਕਿ ਕੋਈ ਵੀ ਇਹ ਸਮਾਜਿਕ ਕੰਮ, ਸੇਵਾ ਦਾ ਕੰਮ ਕਰਦੇ ਤਾਂ ਗੁਰੂ ਮਹਾਰਾਜ ਉਹਦੇ 'ਚ ਆਪ ਵਰਤਦੇ ਨੇ। ਅਗਰ ਇਹ ਹਸਪੀਟਲ ਉਹਨਾਂ ਨੇ ਬਣਾਇਆ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਸਿਰਸਾ ਜੀ ਅਗਰ ਇਹਨੂੰ ਅੱਗੇ ਕਜਾਰਦਾ ਕਰਨਗੇ ਤੇ ਮਹਾਰਾਜ ਸੰਗਤ ਇਹਨੂੰ ਸਹਿਯੋਗ ਕਰੇਗੀ ਔਰ ਉਹ ਲੈ ਵੀ ਜਾਣਗੇ। ਜਿਹੜਾ ਟਾਰਗੇਟ ਅਗਰ ਉਹ ਕਰ ਰਹੇ ਨੇ ਤਾਂ ਉਹ ਪੂਰਾ ਕਰਨਗੇ। ਔਰ ਬਹੁਤ ਜ਼ਿਆਦਾ ਮੈਂ ਉਹਨਾਂ ਦੀ ਵਾਰ-ਵਾਰ ਕਹਿਣਾ ਕਿ ਇਹ ਜਦੋਂ ਦਾ ਵੀ ਇਹ ਐਪੀਸੋਡ ਚੱਲ ਰਿਹਾ ਹੈ, ਅੰਦੋਲਨ ਚੱਲ ਰਹੇ ਨੇ, ਉਹਨਾਂ ਦੀ ਉਹਨਾਂ ਜਿੰਨੇ ਉਹ ਐਕਟਿਵ ਨੇ, ਇਹ ਬਹੁਤ ਹੀ ਉਹਨਾਂ ਦਾ ਯੋਗਦਾਨ ਹੈ ਇਹ ਪੂਰੇ ਅੰਦੋਲਨ 'ਚ, ਪੂਰੇ ਇਸ ਹਸਪੀਟਲ 'ਚ। ਹਾਲਾਂਕਿ ਵੇਖਿਆ ਕਿ ਐਸਜੀਪੀਸੀ ਵੀ ਇੰਨੀ ਐਕਟਿਵ ਨਹੀਂ ਰਹੀ, ਬਿਲਕੁਲ ਨਹੀਂ, ਜਿਹੜੀ ਕਿ ਆਪਣੀ ਨੁਮਾਇੰਦਗੀ ਕਰਦੀ ਐ ਸਿੱਖ ਕੌਮ ਦੀ। ਮੇਰੇ ਖਿਆਲ ਨਾਲ ਉਸ ਤੋਂ ਵੀ ਵੱਧ ਚੜ੍ਹ ਕੇ ਇਹਨਾਂ ਦਾ ਨਾਮ ਛਾਇਆ ਹੈ ਜਦੋਂ ਤੋਂ ਆਪਾਂ ਕਿਸਾਨੀ ਅੰਦੋਲਨ ਆਪਾਂ ਦੇਖ ਰਹੇ ਹਾਂ। ਬਿਲਕੁਲ ਜੀ। ਇਹਦੇ 'ਚ ਮੈਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਐਸਜੀਪੀਸੀ ਨੂੰ ਵੀ ਇੱਕ ਅਪੀਲ ਕਰਨਾ ਹੈ ਕਿ ਜਿੱਥੇ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੀ ਐਕਟਿਵ ਹੈ, ਜਿੰਨੇ ਸਿਰਸਾ ਸਾਹਿਬ ਐਕਟਿਵ ਨੇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਿਹੜੀ ਹੈਗੀ ਹੈ, ਸਾਨੂੰ ਉਹਨਾਂ ਨੂੰ ਵੀ ਆਪਣਾ ਇਸ ਪਾਸੇ ਧਿਆਨ ਰੱਖਣਾ ਚਾਹੀਦਾ ਹੈ, ਉਹਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜੇ ਇਹ ਕੰਮ ਨੇ, ਜਿਹੜੇ ਕਿਸਾਨ ਅੰਦੋਲਨ ਨੇ ਜਾਂ ਦੂਜੇ ਸਮਾਜਿਕ ਕੰਮ ਹੈ, ਉਹਨਾਂ 'ਚ ਜਿੰਨਾ ਦਿੱਲੀ ਕਮੇਟੀ ਸਹਿਯੋਗ ਕਰ ਰਹੀ ਹੈ, ਜਿੰਨੇ ਸਿਰਸਾ ਸਾਹਿਬ ਅੱਗੇ ਵੱਧ ਕੇ ਅੱਗੇ ਆ ਰਹੇ ਨੇ, ਕਿਸੇ ਵੀ ਡਰ ਤੋਂ ਹਟ ਕੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਲੈਵਲ ਤੇ ਨਹੀਂ ਜਾ ਰਹੀ, ਉਹਨਾਂ ਨੂੰ ਵੀ ਇਹਨਾਂ ਨਾਲ ਬਿਲਕੁਲ ਅੱਗੇ ਆ ਕੇ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਔਰ ਇਹ ਐਕਟੀਵਿਟੀਆਂ ਜਿਹੜੀਆਂ ਨੇ ਕਿਸਾਨਾਂ ਦੀਆਂ ਹਰ ਤਰੀਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜੇ ਹੋਏ ਸੀ ਸਰਦਾਰ ਰਾਮ ਸਿੰਘ ਬੇਦੀ ਜੀ। ਗੁਰਦੁਆਰਾ ਸਿੱਖ ਸੈਂਟਰਲ ਕਮੇਟੀ ਜਿਹੜੀ ਉੱਤਰਾਖੰਡ ਦੀ ਹੈ ਉਹਦੀ ਰਹਿਨੁਮਾਈ ਕੀਤੀ ਜਾਂਦੀ ਇਸ ਕਮੇਟੀ ਤੋਂ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਅਸੀਂ ਹੋਰ ਵੀ ਸ਼ਖਸੀਅਤਾਂ ਨਾਲ ਆਪ ਜੀ ਨੂੰ ਰੂਬਰੂ ਕਰਾਵਾਂਗੇ। ਫਤਿਹ ਦੀ ਅਰਜ਼ ਕਰਕੇ ਆਪਾਂ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।